ਅਕਾਲ। ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੇ ਵਿੱਚ। ਕੈਨੇਡਾ ਭਰ ਦੀਆਂ ਖਾਸ ਸਰਗਰਮੀਆਂ ਦੇ ਨਾਲ ਟੋਰਾਂਟੋ ਤੋਂ ਮੈਂ ਜਸਲੀਨ ਕੌਰ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਐਪੀਸੋਡ ਦੀ। ਟੋਰਾਂਟੋ ਪੰਜਾਬੀ ਆਰਟਸ ਐਸੋਸੀਏਸ਼ਨ ਅਤੇ ਪੰਜਾਬੀ ਥੀਏਟਰ ਸੰਸਥਾ ਵੱਲੋਂ ਨਿੱਕੇ ਨਾਟਕ ਵੱਡੀਆਂ ਗੱਲਾਂ ਸੀਜ਼ਨ 2 ਦੇ ਵਿੱਚ 3 ਨਵੇਂ ਥੀਏਟਰ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ਦਾ ਲੋਕਾਂ ਨੇ ਬੇहद ਆਨੰਦ ਮਾਣਿਆ। ਹਰ ਵਾਰੀ ਇਹ ਸੰਸਥਾ ਦੇ ਕਲਾਕਾਰਾਂ ਵੱਲੋਂ ਨਵੀਆਂ ਕਹਾਣੀਆਂ ਦੇ ਜ਼ਰੀਏ ਕੈਨੇਡਾ ਦੇ ਵਿੱਚ ਵਸਦੇ ਪ੍ਰਵਾਸੀਆਂ ਦੇ ਮੁੱਦਿਆਂ, ਮੌਜੂਦਾ ਹਾਲਾਤ ਤੇ ਹੋਰ ਮਸਲਿਆਂ ਨੂੰ ਨਾਟਕਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਟੋਰਾਂਟੋ ਦੀ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ 3 ਨਵੇਂ ਥੀਏਟਰ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ। ਨਿੱਕੇ ਨਾਟਕ ਵੱਡੀਆਂ ਗੱਲਾਂ ਸੀਜ਼ਨ 2 ਦੇ ਨਾਟਕ ਬ੍ਰੈਂਪਟਨ ਦੇ ਪੀਅਰਸਨ ਥੀਏਟਰ ਦੇ ਵਿੱਚ ਪੇਸ਼ ਕੀਤੇ ਗਏ, ਜਿਸ ਵਿੱਚ 3 ਸ਼ਾਰਟ ਨਵੇਂ ਨਾਟਕ ਗਊਮੁਖਾ ਸ਼ੇਰਮੁਖਾ, ਬੇਬੇ ਸੁੱਤੀ ਪਈ ਹੈ ਅਤੇ ਸਟੂਡੈਂਟ ਲਾਈਫ ਦੀ ਪੇਸ਼ਕਾਰੀ ਕੀਤੀ ਗਈ। ਪਹਿਲਾ ਨਾਟਕ ਬੇਬੇ ਸੁੱਤੀ ਪਈ ਹੈ ਮਨਿੰਦਰ ਬਜਵਾੜਾ ਵੱਲੋਂ ਲਿਖਿਆ ਗਿਆ ਹੈ ਅਤੇ ਨਵਜੋਤ ਸਿੰਘ ਨਰੂਲਾ ਨੇ ਇਸ ਨੂੰ ਡਾਇਰੈਕਟ ਕੀਤਾ। ਦੂਜਾ ਨਾਟਕ ਗਊਮੁਖਾ ਸ਼ੇਰਮੁਖਾ ਰਣਜੋਤ ਸਿੰਘ ਵੱਲੋਂ ਲਿਖਿਆ ਗਿਆ ਸੀ ਅਤੇ ਪ੍ਰੀਤ ਸੰਘਾ ਦੀ ਡਾਇਰੈਕਸ਼ਨ ਸੀ। ਇਹ ਨਾਟਕ ਗੁਰਚਰਨ ਸਿੰਘ ਜਸੂਜਾ ਦੇ ਰੇਡੀਓ ਪਲੇ ਦਾ ਕੈਨੇਡੀਅਨ ਰੂਪਾਂਤਰ ਹੈ। ਤੀਜਾ ਨਾਟਕ ਸਟੂਡੈਂਟ ਲਾਈਫ ਸਰਬਜੀਤ ਅਰੋੜਾ ਵੱਲੋਂ ਲਿਖਿਆ ਗਿਆ ਹੈ ਅਤੇ ਜਗਵਿੰਦਰ ਸਿੰਘ ਜੱਜ ਨੇ ਇਸ ਨੂੰ ਡਾਇਰੈਕਟ ਕੀਤਾ। ਅਸੀਂ ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਲੰਬੇ ਸਮੇਂ ਤੋਂ ਪੰਜਾਬੀ ਥੀਏਟਰ ਟੋਰਾਂਟੋ ਵਿੱਚ ਕਰ ਰਹੇ ਹਾਂ, ਜਿਹੜਾ ਕਿ ਮੋਸਟਲੀ ਸਾਡੇ ਪਲੇ ਇੱਥੋਂ ਦੇ ਮਸਲਿਆਂ ਨਾਲ ਜੁੜੇ ਹੁੰਦੇ ਹਨ। 2019 'ਚ ਅਸੀਂ ਇੱਕ ਸ਼ੁਰੂ ਕੀਤਾ ਸੀ ਨਿੱਕੇ ਨਾਟਕ ਵੱਡੀਆਂ ਗੱਲਾਂ, ਅਤੇ 2 ਸਾਲ ਕੋਵਿਡ ਕਰਕੇ ਕਾਫੀ ਕੁਝ ਔਨਲਾਈਨ ਹੀ ਕੀਤਾ। ਸੋ ਇਸ ਸਾਲ ਅਸੀਂ ਦੁਬਾਰਾ ਨਿੱਕੇ ਨਾਟਕ ਵੱਡੀਆਂ ਗੱਲਾਂ ਸੀਜ਼ਨ 2 ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ 3 ਨਾਟਕ ਪੇਸ਼ ਕਰਨ ਜਾ ਰਹੇ ਹਾਂ। ਜਿਹਦਾ ਪਹਿਲਾ ਨਾਟਕ ਹੈ ਬੇਬੇ ਸੁੱਤੀ ਪਈ ਆ, ਜਿਹੜਾ ਕਿ ਐਕਟਰ ਗੁਰਵੀਰ ਕੌਰ ਵਾਸੀ ਬੇਬੇ ਸੁੱਤੀ ਪਈ 'ਚ ਕਰ ਰਹੇ ਆ ਮੇਨ ਰੋਲ, ਪਰ ਉਹਦੇ ਡਾਇਰੈਕਟਰ ਆ ਜਿਹੜੇ ਨਵਜੋਤ ਸਿੰਘ ਨਰੂਲਾ ਅਤੇ ਪਲੇ ਮਨਿੰਦਰ ਬਜਵਾੜਾ ਨੇ ਲਿਖਿਆ ਜੀ। ਦੂਸਰਾ ਨਾਟਕ ਇਹ ਮੈਂਟਲ ਹੈਲਥ ਨੂੰ ਡਿਸਕਸ ਕਰੇਗਾ। ਇੱਥੇ ਸਾਡੇ ਬਜ਼ੁਰਗਾਂ ਦੀ ਜੋ ਸਿਚੁਏਸ਼ਨ ਹੈ ਸਪੈਸ਼ਲੀ ਕੋਵਿਡ 'ਚ ਹੋਈ ਜਾਂ ਆਮ ਫੈਮਲੀਆਂ 'ਚ ਹੁੰਦੀ ਆ। ਦੂਸਰਾ ਨਾਟਕ ਹੈ ਗਊਮੁਖਾ ਸ਼ੇਰਮੁਖਾ, ਜਿਹੜਾ ਕਿ ਕਈ ਸੇਲਸ ਪਰਸਨ ਹੁੰਦੇ ਐਕਸਪਲਾਈਟੇਸ਼ਨ ਕਰਦੇ ਆ, ਅਤੇ ਇਹਨੂੰ ਪ੍ਰੀਤ ਸੰਘਾ ਡਾਇਰੈਕਟ ਕਰ ਰਹੇ ਆ। ਅਤੇ ਜਿਹੜਾ ਕਿ ਓਰੀਜਨਲ ਸਕ੍ਰਿਪਟ ਇਹਦੀ ਸੀ ਗੁਰਚਰਨ ਸਿੰਘ ਜਸੂਜਾ ਦਾ ਰੇਡੀਓ ਨਾਟਕ ਸੀਗਾ, ਉਹਨੂੰ ਕੈਨੇਡੀਅਨ ਅਡੈਪਸ਼ਨ ਕੀਤੀ ਹੈ ਰਣਜੋਤ ਸਿੰਘ ਨੇ। ਸੋ ਤੀਸਰਾ ਨਾਟਕ ਸਾਡਾ ਹੈਗਾ ਸਟੂਡੈਂਟ ਲਾਈਫ, ਜਿਸ ਤਰ੍ਹਾਂ ਆਪਾਂ ਇੰਟਰਨੈਸ਼ਨਲ ਸਟੂਡੈਂਟ ਦੀ ਅਕਸਰ ਗੱਲ ਕਰਦੇ ਹਾਂ। ਸੋ ਇਹ ਸਰਬਜੀਤ ਅਰੋੜਾ ਨੇ ਲਿਖਿਆ ਅਤੇ ਇਸ ਨੂੰ ਜਗਵਿੰਦਰ ਜੱਜ ਡਾਇਰੈਕਟ ਕਰ ਰਿਹਾ। ਇਹ ਜਿਹੜੇ ਸਾਡੇ ਬੱਚੇ ਆਉਂਦੇ, ਸਪੈਸ਼ਲੀ ਬੱਚੀਆਂ ਆਉਂਦੀਆਂ, ਸੋ ਉਹਨਾਂ ਨੂੰ ਕਿੰਨਾ ਮੁਸ਼ਕਿਲਾਤਾਂ ਦਾ ਸਾਹਮਣਾ ਕਰਨਾ ਪੈਂਦਾ, ਕਿਸ ਤਰ੍ਹਾਂ ਦੀ ਐਕਸਪਲਾਈਟੇਸ਼ਨ ਹੁੰਦੀ ਹੈ, ਸੋ ਇਸ ਨੂੰ ਡਿਸਕਸ ਕਰੇਗਾ। ਸੋ 3 ਨਾਟਕ ਅਸੀਂ 2 ਘੰਟੇ ਦੇ ਵਿੱਚ, 2.25 ਘੰਟੇ ਦੇ ਵਿੱਚ ਪੇਸ਼ ਕਰਨੇ ਆ। ਲਗਾਤਾਰ ਨਾਟਕ ਚੱਲਦੇ ਆ ਅਤੇ ਆਲਵੇਜ਼ ਸਾਨੂੰ ਜਿਹੜੀ ਸਾਡੀ ਆਡੀਅנס ਹੈ ਬਹੁਤ ਹੀ ਭਰਮਾ ਹੁੰਗਾਰਾ ਦਿੰਦੀ ਹੈ। ਇਸ ਵਾਰ ਵੀ ਸਾਡਾ ਸ਼ੋਅ ਸੋਲਡ ਆਊਟ ਆ, ਅਤੇ PTC ਵੀ ਆਲਵੇਜ਼ ਸਾਡੀ ਸਪੋਰਟ ਕਰਦੀ, ਸਾਡਾ ਮੈਸੇਜ ਪਹੁੰਚਦਾ ਕਰਦੇ ਆ। ਸੋ ਮੈਂ PTC ਦਾ ਵੀ ਆਪਣੀ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਪੰਜਾਬੀ ਆਰਟਸ ਐਸੋਸੀਏਸ਼ਨ 30 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ। ਇਹਦੇ ਵਿੱਚ ਕਲਾਕਾਰਾਂ ਨੇ ਉਸ ਵੇਲੇ ਜਿਹੜੇ ਵਿਸ਼ੇ ਚੁਣੇ, ਉਹਦੇ ਵਿੱਚ ਹਿਸਟੋਰੀਕਲ ਨਾਟਕ ਜਿਹੜੇ ਹੁੰਦੇ ਸੀਗੇ, ਜਾਂ ਉਸ ਵੇਲੇ ਜਿਹੜੀਆਂ ਸਮੱਸਿਆਵਾਂ ਸਾਨੂੰ ਆਉਂਦੀਆਂ ਸੀ ਐਜ਼ ਏ ਨਿਊ ਕਮਰਸ ਕੈਨੇਡਾ ਦੇ ਵਿੱਚ, ਉਹਦੇ ਬਾਰੇ ਗੱਲ ਕੀਤੀ ਜਾਂਦੀ ਸੀ। ਹੁਣ ਜਿਹੜੇ ਨਾਟਕ ਕੀਤੇ ਜਾ ਰਹੇ ਨੇ ਉਹਦੇ ਵਿੱਚ ਜਿਹੜੀਆਂ ਇੱਥੇ ਨਵੀਂ ਕਮਿਊਨਿਟੀ ਜਿਵੇਂ ਆਈ ਹੈ, ਸਟੂਡੈਂਟ ਆਏ ਨੇ ਜਾਂ ਸਾਡੇ ਸੀਨੀਅਰਸ ਇੱਥੇ ਹੁਣ ਸੀਨੀਅਰ ਹੋਏ ਨੇ, ਅਤੇ ਉਹਨਾਂ ਦੀਆਂ ਸਮੱਸਿਆਵਾਂ ਅਲੱਗ ਨੇ। ਸੋ ਉਹਨਾਂ ਚੀਜ਼ਾਂ ਨੂੰ ਵੇਖਦਿਆਂ ਹੋਇਆਂ ਅਸੀਂ ਨਾਟਕਾਂ ਦੀ ਜਿਹੜੀ ਆ ਕਹਾਣੀਆਂ ਨੇ ਉਹਨਾਂ ਨੂੰ ਪੇਸ਼ ਕਰਨ ਦੀ ਗੱਲ ਕੀਤੀ ਆ। ਸਟੇਜ ਦੇ ਉੱਤੇ ਇੱਕ ਸਵਾਲ ਖੜ੍ਹੇ ਕਰਨ ਦੀ ਗੱਲ ਕੀਤੀ ਹੈ ਕਿ ਇਹਨਾਂ ਦੇ ਵਿੱਚੋਂ ਜੇ ਇਹਨਾਂ ਨੌਜਵਾਨਾਂ ਨੂੰ ਜਾਂ ਬਜ਼ੁਰਗਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਅਤੇ ਉਹਨਾਂ ਨੂੰ ਅਸੀਂ ਨਾਟਕ 'ਤੇ ਜਦੋਂ ਵੇਖਦੇ ਹਾਂ ਤਾਂ ਸਾਡੇ ਮਨ ਦੇ ਉੱਤੇ ਸਵਾਲ ਖੜ੍ਹੇ ਹੁੰਦੇ ਨੇ। ਫਿਰ ਉਹਨਾਂ ਸਵਾਲਾਂ 'ਚ ਅਸੀਂ ਜਵਾਬ ਕਿਵੇਂ ਦੇਣੇ ਆ, ਇਹ ਕਮਿਊਨਿਟੀ ਦੇ ਵਾਸਤੇ ਇੱਕ ਅਵੇਅਰਨੈਸ ਦੇ ਤੌਰ ਦੇ ਉੱਤੇ ਅਸੀਂ ਉਪਰਾਲਾ ਕਰ ਰਹੇ ਹਾਂ। ਪਿਛਲੇ 30 ਸਾਲ ਦੇ ਵਿੱਚੋਂ ਸਾਡੀਆਂ ਕਹਾਣੀਆਂ ਜਿਹੜੀਆਂ ਨੇ ਉਹ ਇਤਿਹਾਸਿਕ ਨਾਟਕਾਂ ਤੋਂ, ਸਥਾਨਕ ਇੱਥੋਂ ਦੀ ਧਰਤੀ ਦੇ ਉੱਤੇ ਜਿਹੜੇ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਜਿੰਨੇ ਵੀ ਅਸੀਂ ਨਾਟਕ ਕੀਤੇ ਨੇ ਉਹਨਾਂ ਵਿੱਚ ਬੜਾ ਵਧੀਆ ਹੁੰਗਾਰਾ ਰਿਹਾ ਲੋਕਾਂ ਦਾ, ਅਤੇ ਅੱਜ ਦੇ ਨਾਟਕ ਦੀ ਵੀ ਸਾਡਾ ਫੁੱਲ ਸੋਲਡ ਹਾਊਸ ਆ। ਇਸ ਲਈ ਬਹੁਤ ਬਹੁਤ ਧੰਨਵਾਦ। ਇਹਨਾਂ ਸ਼ਾਰਟ ਨਾਟਕਾਂ ਦੀਆਂ ਕਹਾਣੀਆਂ ਲੋਕਾਂ ਨੇ ਬੇहद ਪਸੰਦ ਕੀਤੀਆਂ। ਇਹ ਕਹਾਣੀਆਂ ਬ੍ਰੈਂਪਟਨ ਸ਼ਹਿਰ ਦੇ ਸਮਾਜਿਕ ਹਾਲਾਤ, ਜਿਵੇਂ ਕਿ ਰੀਅਲ ਐਸਟੇਟ ਅਤੇ ਹਾਊਸਿੰਗ ਦੀ ਸਮੱਸਿਆ, ਬਜ਼ੁਰਗਾਂ ਦੀ ਮਾਨਸਿਕ ਸਿਹਤ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਜੀਵਨ ਵੱਲ ਇਸ਼ਾਰਾ ਕਰਦੀਆਂ ਹਨ। ਸਾਡਾ ਮੰਤਵ ਸਾਡੀ ਸੰਸਥਾ ਦਾ ਹੈ ਕਿ ਅਸੀਂ ਡਰਾਮੇ ਉਹ ਲੈ ਕੇ ਆਈਏ ਜਿਹੜੇ ਕਿ
ਲੋਕਾਂ ਦੀ ਜ਼ਿੰਦਗੀ, ਲੋਕਾਂ ਦੀ ਗੱਲਬਾਤ ਕਰਦੇ ਹੁਣ। ਤੇ ਇਸ ਵਾਰ ਅਸੀਂ ਤਿੰਨੋਂ ਡਰਾਮੇ ਉਸੇ ਹੀ ਕਿਸਮ ਦੇ ਲੈ ਕੇ ਆ ਰਹੇ ਹਾਂ ਆਪ ਸਭ ਦੇ ਲਈ। ਸਾਡਾ ਪਹਿਲਾ ਡਰਾਮਾ ਜਿਹੜਾ ਹੈ ਉਹ ਹੈ ਬੇਬੇ ਸੁੱਤੀ ਪਈ ਹੈ। ਇਹ ਸੀਨੀਅਰਸ ਦੀ ਮੈਂਟਲ ਹੈਲਥ ਦੀ ਗੱਲ ਕਰਦਾ ਹੈ। ਖਾਸ ਤੌਰ 'ਤੇ ਸਾਡੇ ਪੰਜਾਬੀ ਸਮਾਜ ਵਿੱਚ ਅਸੀਂ ਮੈਂਟਲ ਹੈਲਥ ਦੀ ਗੱਲ ਨਹੀਂ ਕਰਦੇ, ਸਾਨੂੰ ਤਨ ਦੇ ਰੋਗ ਦੀ ਤਾਂ ਅਸੀਂ ਗੱਲ ਕਰਦੇ ਹਾਂ, ਪਰ ਮਨ ਦੇ ਰੋਗ ਦੀ ਅਸੀਂ ਗੱਲ ਨਹੀਂ ਕਰਦੇ। ਸੋ ਅਸੀਂ ਮਨ ਦੇ ਰੋਗ ਦੀ ਗੱਲ ਸਾਹਮਣੇ ਰੱਖ ਰਹੇ ਹਾਂ ਇਸ ਡਰਾਮੇ ਰਾਹੀਂ। ਦੂਜਾ ਡਰਾਮਾ ਜੋ ਕਿ ਹੈ ਗਊ ਮੁਖਾ ਸ਼ੇਰ ਮੁਖਾ, ਇਹ 1960 ਦੇ ਦਹਾਕੇ ਵਿੱਚ ਲਿਖਿਆ ਹੋਇਆ ਡਰਾਮਾ ਹੈ। ਅਸੀਂ ਉਸਨੂੰ ਉਹਦਾ ਕੈਨੇਡੀਅਨ ਰੂਪਾਂਤਰਣ ਪੇਸ਼ ਕਰ ਰਹੇ ਹਾਂ, ਜੋ ਕਿ ਬਰੈਂਪਟਨ ਦੇ ਰੀਅਲ ਐਸਟੇਟ ਏਜੰਟਸ ਦੀ ਕਾਰਗੁਜ਼ਾਰੀ, ਜੋ ਕੁਝ ਵੀ ਸਾਡੇ ਆਲੇ ਦੁਆਲੇ ਹੋ ਰਿਹਾ ਉਸ ਦੀ ਗੱਲਬਾਤ ਕਰਦਾ ਹੈ। ਅਤੇ ਇਸਨੂੰ ਕਾਮੇਡੀ ਦਾ ਬੜਾ ਵਧੀਆ ਰੂਪ ਦਿੱਤਾ ਹੈ, ਉਸਨੂੰ ਡਾਇਰੈਕਟ ਕੀਤਾ ਪ੍ਰੀਤ ਸੰਘਾ ਨੇ। ਅਤੇ ਸਾਡਾ ਅੱਜ ਦਾ ਤੀਸਰਾ ਡਰਾਮਾ ਹੈ ਜਿਸ ਨੂੰ ਕਿ ਮੈਂ ਆਪ ਲਿਖਿਆ ਹੈ, ਉਹ ਹੈ ਸਟੂਡੈਂਟ ਲਾਈਫ। ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਜ਼ਿੰਦਗੀ ਬਾਰੇ ਹੈ ਅਤੇ ਉਸ ਦੇ ਵਿੱਚ ਉਸਨੂੰ ਡਾਇਰੈਕਟ ਕੀਤਾ ਮਾਫ਼ ਕਰਨਾ ਜਗਵਿੰਦਰ ਜੱਜ ਨੇ, ਅਤੇ ਉਸ ਦੀ ਅਦਾਕਾਰਾ ਨੇ ਕਿਰਨ ਕਾਲੋਂ। ਇਹ ਡਰਾਮਾ ਇੰਟਰਨੈਸ਼ਨਲ ਸਟੂਡੈਂਟਸ ਦੀ ਦਿਲ ਦੀ ਗੱਲ ਕਰਦਾ। ਅਸੀਂ ਆਮ ਤੌਰ 'ਤੇ ਮੰਨਦੇ ਕਿ ਇੰਟਰਨੈਸ਼ਨਲ ਸਟੂਡੈਂਟਸ ਜਾਂ ਤਾਂ ਬਿਲਕੁਲ ਕੁਝ ਨਹੀਂ ਕਰਦੇ ਜਾਂ ਬਹੁਤ ਮਿਹਨਤੀ ਨੇ, ਹਰ ਜਗ੍ਹਾ ਉਹੀ ਨੇ, ਪਰ ਉਹਨਾਂ ਦੀ ਜ਼ਿੰਦਗੀਆਂ ਵਿੱਚ ਕੀ ਚੱਲ ਰਿਹਾ, ਉਹਨਾਂ ਦਿਲਾਂ ਵਿੱਚ ਕੀ ਵਾਪਰ ਰਿਹਾ ਹੈ, ਉਹ ਅਸੀਂ ਉਸ ਦੀ ਗੱਲ ਕਦੇ ਵੀ ਨਹੀਂ ਕਰਦੇ। ਸੋ ਇਹ ਉਹਨਾਂ ਦੀ ਜ਼ਿੰਦਗੀ, ਨਿੱਜੀ ਜ਼ਿੰਦਗੀ ਵਿੱਚ ਝਾਤ ਮਾਰਦਾ ਡਰਾਮਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਵੀ ਪਸੰਦ ਕਰਨਗੇ। ਕੁੱਲ ਮਿਲਾ ਕੇ ਇਹ ਡਰਾਮੇ 2 ਘੰਟੇ ਦੇ ਕਰੀਬ ਨੇ। ਅਸੀਂ ਇਹਨਾਂ ਤੋਂ ਬਾਅਦ ਅਸੀਂ ਦਰਸ਼ਕਾਂ ਨਾਲ ਵੀ ਗੱਲਬਾਤ ਦਾ ਕਰੀਬ 20 ਮਿੰਟ ਦਾ ਸਮਾਂ ਰੱਖਿਆ ਤਾਂ ਕਿ ਦਰਸ਼ਕ ਆਪਣੇ ਮਨ ਦੀ ਗੱਲ ਸਾਨੂੰ ਕਹਿ ਸਕਣ, ਤਾਂ ਕਿ ਅਸੀਂ ਅਗਲੇ ਡਰਾਮੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਦੇ ਹਿਸਾਬ ਨਾਲ ਬਣਾ ਕੇ ਲਿਆ ਸਕੀਏ। ਵੈਸੇ ਤਾਂ ਅਸੀਂ ਅਕਤੂਬਰ 23 ਨੂੰ ਰੋਜ਼ ਥੀਏਟਰ ਵਿੱਚ ਇੱਕ ਹੋਰ ਡਰਾਮਾ ਲੈ ਕੇ ਆ ਰਹੇ ਹਾਂ, ਉਹ ਵੀ ਸੀਨੀਅਰਸ ਦੇ ਬਾਰੇ ਹੈ, ਪਰ ਉਸ ਤੋਂ ਪਹਿਲਾਂ ਵੀ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਅਸੀਂ ਜਿਹੜੇ ਡਰਾਮੇ ਲਿਆਉਣੇ ਨੇ, ਅਸੀਂ ਦਰਸ਼ਕਾਂ ਦੇ ਜੋ ਵਿਸ਼ੇ ਜੋ ਉਹਨਾਂ ਦੇ ਦਿਲਾਂ ਦੇ ਨੇੜੇ ਹੈ, ਅਸੀਂ ਉਹਨਾਂ ਉੱਤੇ ਖਾਸ ਤੌਰ 'ਤੇ ਡਰਾਮੇ ਲਿਖ ਕੇ ਜਾਂ ਲਿਖਵਾ ਕੇ ਆਪ ਸਭ ਤੱਕ ਲੈ ਕੇ ਆਈਏ। ਸੋ ਹਮੇਸ਼ਾ ਵਾਂਗ ਪੰਜਾਬੀ ਆਰਟਸ ਐਸੋਸੀਏਸ਼ਨ ਨੂੰ ਸਪੋਰਟ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਆਪਾਂ ਇੱਥੇ ਪਹੁੰਚੇ ਹਾਂ ਬਰੈਂਪਟਨ ਸਿਵਿਕ ਸੈਂਟਰ ਅਤੇ ਨਿੱਕੇ ਨਾਟਕ ਵੱਡੀਆਂ ਗੱਲਾਂ ਜਿਹੜਾ ਸ਼ੋਅ ਆ ਉਹ ਸ਼ੁਰੂ ਹੋਣ ਲੱਗਾ ਆ ਅਤੇ ਬਹੁਤ ਵਧੀਆ ਲੱਗਦਾ। ਜਿਹੜੇ ਸਾਡੇ ਕਮਿਊਨਿਟੀ ਦੇ ਕਲਾਕਾਰ ਆ ਉਹਨੇ ਇਕੱਠੇ ਹੋ ਕੇ ਜਿਹੜਾ ਸੋਸ਼ਲ ਮੈਸੇਜ ਆ ਉਹਨੀ ਕੋਸ਼ਿਸ਼ ਕੀਤਾ ਲੈ ਕੇ ਆਉਣ ਨੂੰ ਸਾਡੇ ਕਮਿਊਨਿਟੀ ਲਈ। ਇਹ ਜਿਹੜੀ ਆਰਟਸ ਆ ਇਹ ਸਾਡੇ ਪੰਜਾਬ ਦੇ ਕਲਚਰ ਅਤੇ ਇੱਧਰ ਦਾ ਕਲਚਰ ਇੱਕ ਬਹੁਤ ਵੱਡਾ ਹਿੱਸਾ ਆ। ਕਈ ਵਾਰੀ ਆਪਾਂ ਇੰਪੋਰਟੈਂਸ ਨਹੀਂ ਦਿੰਦੇ, ਪਰ ਸਾਨੂੰ ਦੇਣਾ ਚਾਹੀਦਾ, ਖਾਸ ਕਰਕੇ ਜਦੋਂ ਸੋਸ਼ਲ ਮੈਸੇਜ ਹੁੰਦਾ ਆ। ਸੋ ਮੈਂ ਜਿਹੜੇ ਕਲਾਕਾਰਾਂ ਨੂੰ ਆ ਇਹਨਾਂ ਨੂੰ ਮੁਬਾਰਕਾਂ ਦਿੰਦਾ ਆ, ਇਹਨੀ ਐਫਰਟ ਲਿਆ ਕੀਤਾ ਐਂਡ ਇਹੀ ਆਸ ਰੱਖਦੇ ਜਿਹੜੀ ਕਮਿਊਨਿਟੀ ਆ ਇਹਨਾਂ ਦਾ ਸਾਥ ਦੇਊਗੀ। ਹਰ ਵਾਰ ਟੋਰਾਂਟੋ ਦੀ ਪੰਜਾਬੀ ਆਰਟਸ ਐਸੋਸੀਏਸ਼ਨ ਦੇ ਕਲਾਕਾਰਾਂ ਵੱਲੋਂ ਨਵੀਆਂ ਕਹਾਣੀਆਂ ਦੇ ਜ਼ਰੀਏ ਕੈਨੇਡਾ ਵਿੱਚ ਵਸਦੇ ਪ੍ਰਵਾਸੀਆਂ ਦੇ ਮੁੱਦਿਆਂ, ਮੌਜੂਦਾ ਹਾਲਾਤ ਅਤੇ ਹੋਰ ਮਸਲਿਆਂ ਨੂੰ ਵਿਅੰਗ ਅਤੇ ਹਾਸੇ ਠੱਠੇ ਦੇ ਵਿੱਚ ਪਰੋ ਕੇ ਨਾਟਕਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਕੈਮਰਾ ਪਰਸਨ ਵਿਸ਼ਾਲ ਪਰਾਸ਼ਰ ਦੇ ਨਾਲ ਜਸਲੀਨ ਕੌਰ, PTC ਨਿਊਜ਼, ਬਰੈਂਪਟਨ, ਕੈਨੇਡਾ। ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ NRI ਵਰਲਡ ਦੇ ਵਿੱਚ। ਪਿੰਗਲਵਾੜਾ ਸੁਸਾਇਟੀ ਆਫ ਓਨਟਾਰੀਓ ਵੱਲੋਂ ਭਗਤ ਪੂਰਨ ਸਿੰਘ ਦੀ ਯਾਦ ਦੇ ਵਿੱਚ ਪੈਦਲ ਮਾਰਚ ਕੱਢਿਆ ਗਿਆ। ਇਸ ਪੈਦਲ ਮਾਰਚ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਨਾਲ ਹੀ ਨੌਜਵਾਨ ਵਰਗ ਨੂੰ ਆਪਣੀਆਂ ਸਾਰੀਆਂ ਬੁਰਾਈਆਂ ਛੱਡ ਕੇ ਭਗਤ ਪੂਰਨ ਸਿੰਘ ਦੀ ਰਾਹ ਉੱਤੇ ਚੱਲਣ ਤੇ ਜ਼ੋਰ ਦਿੱਤਾ ਗਿਆ। ਇਹ ਜਿਹੜੀ ਸਾਡੀ ਵਾਕ ਸੀ ਇਹ ਇੱਕ ਮੈਸੇਜ ਦੇ ਰਹੀ ਆ ਯੰਗ ਬਲੱਡ ਨੂੰ ਵੀ ਤੇ ਪੇਰੈਂਟਸ ਨੂੰ ਵੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੁਰਾਈਆਂ ਨੇ ਇਹਨਾਂ ਨੂੰ ਛੱਡ ਕੇ ਭਗਤ ਪੂਰਨ ਸਿੰਘ ਜੀ ਦੀ ਫਿਲਾਸਫੀ ਤੇ ਚੱਲਣ ਦੀ ਲੋੜ ਆ। ਓਨਟਾਰੀਓ ਦੀ ਪਿੰਗਲਵਾੜਾ ਸੁਸਾਇਟੀ ਵੱਲੋਂ ਭਗਤ ਪੂਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੈਦਲ ਮਾਰਚ ਕੱਢਿਆ ਗਿਆ। ਇਹ ਮਾਰਚ ਬਰੈਂਪਟਨ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਕੀਤਾ ਗਿਆ। ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਆਯੋਜਿਤ ਕੀਤੀ ਗਈ ਐਨੂਅਲ ਚੈਰਿਟੀ ਵਾਕ 7 ਤੋਂ 8 ਕਿਲੋਮੀਟਰ ਦੀ ਸੀ, ਜਿਸ ਵਿੱਚ 3 ਵੱਖ-ਵੱਖ ਸੰਸਥਾਵਾਂ ਸ਼ਾਮਿਲ ਸਨ। ਇਹ ਚੈਰਿਟੀ ਵਾਕ ਪਿਛਲੇ 9 ਸਾਲਾਂ ਤੋਂ ਆਯੋਜਿਤ ਕੀਤੀ ਜਾ ਰਹੀ ਹੈ। ਅੱਜ ਦੀ ਵਾਕ ਦਾ ਮੁੱਖ ਮੰਤਵ ਸੀ ਕਿ ਭਗਤ ਪੂਰਨ ਸਿੰਘ ਜੀ ਦੀ ਬਰਸੀ ਅੱਜ ਇੱਥੇ ਮਨਾਈ ਗਈ ਆ ਤੇ ਉਹਦੇ ਸਬੰਧ ਵਿੱਚ ਅਸੀਂ ਵਾਕ ਜਿਹੜੀ ਆ ਉਹ ਲੈ ਕੇ ਗਏ ਆ ਕੋਈ 7-8 ਕਿਲੋਮੀਟਰ ਦੀ, ਤੇ ਜਿਹਦੇ ਵਿੱਚ 3 ਜਿਹੜੀਆਂ ਸੁਸਾਇਟੀਜ਼ ਜਿਹੜੀਆਂ ਉਹਨਾਂ ਪਾਰਟਿਸਿਪੇਟ ਕੀਤਾ ਆ। ਪਿੰਗਲਵਾੜਾ ਸੁਸਾਇਟੀ ਆਫ ਓਨਟਾਰੀਓ ਦੇ ਮੈਂਬਰਸ ਤੇ ਡਰੱਗ ਅਵੇਅਰਨੈਸ ਸੁਸਾਇਟੀ ਦੇ ਮੈਂਬਰਸ ਤੇ ਟੈਕਸੀ ਡਰਾਈਵਰਸ ਦੀ ਐਸੋਸੀਏਸ਼ਨ ਦੇ ਮੈਂਬਰਸ। ਇਸ ਵਾਕ ਦਾ ਮੰਤਵ ਜਿਹੜਾ ਮੇਨ ਸੀ ਕਿ এনवायरमेंट ਨੂੰ ਅਸੀਂ ਕਿਵੇਂ ਜਿਹੜਾ ਹੋਰ ਸਸਟੇਨ ਕਰਨਾ ਆ, ਇਹਨੂੰ ਪੋਲਿਊਸ਼ਨ ਤੋਂ ਕਿਵੇਂ ਬਚਾਉਣਾ ਆ, ਜਿਹੜੇ ਫੋਸਲ ਫਿਊਲਸ ਨੇ
ਉਹ ਕਿਸ ਤਰ੍ਹਾਂ ਇਸ এনवायरमेंट ਨੂੰ ਖਰਾਬ ਕਰ ਰਹੇ ਆ। ਤੇ ਪਲੱਸ ਅਸੀਂ ਵਾਕ ਦੇ ਵਿੱਚ ਇੱਕ ਇਹ ਵੀ ਮੈਸੇਜ ਦਿੱਤਾ ਆ ਕਿ ਅਗਰ ਅਸੀਂ ਡੇਲੀ ਵਾਕ ਕਰੀਏ, ਵਾਕ ਕਰਨ ਦੇ ਨਾਲ ਭਗਤ ਪੂਰਨ ਸਿੰਘ ਜੀ ਦਾ ਵੀ ਇਹੋ ਹੀ ਮੈਸੇਜ ਸੀਗਾ। ਔਰ ਵਾਕ ਕਰਨ ਦੇ ਨਾਲ ਜਿਹੜਾ ਡੇਲੀ 8 ਮੀਲ ਉਦੋਂ ਕਹਿੰਦੇ ਸੀ ਵਾਕ ਕਰਦਾ ਆ ਤੇ ਉਹਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗ ਸਕਦੀ, ਨਾ ਉਹਨੂੰ ਕੋਈ ਡਾਇਬਟੀਜ਼, ਨਾ ਉਹਨੂੰ ਕੋਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਜਾਂ ਹੋਰ ਵੀ ਜਿਹੜੀਆਂ ਬਿਮਾਰੀਆਂ ਨੇ ਉਹਦੇ ਲਾਗੇ ਨਹੀਂ ਰਹਿ ਸਕਦੀਆਂ, ਕਿਉਂਕਿ ਉਹਦੀ ਬੋਡੀ ਜਿਹੜੀ ਫਿਟ ਰਹੇਗੀ ਤੇ ਉਹਦੀ ਡੀਪ ਬਰੀਥਿੰਗ ਦੇ ਨਾਲ ਡੇਲੀ ਉਹਨੇ ਜਦੋਂ ਵਾਕ ਕਰਨੀ ਆ ਤੇ ਉਹਦਾ ਸਰੀਰ, ਉਹਦੇ ਫੇਫੜੇ, ਉਹਦਾ ਸਾਰਾ ਸਿਸਟਮ ਜਿਹੜੇ ਨੇ ਉਹ ਸਾਰੇ ਤੰਦਰੁਸਤ ਰਹਿਣਗੇ। ਤੋ ਇਸ ਤੰਦਰੁਸਤੀ ਵਾਸਤੇ ਤੇ ਪਲੱਸ ਸਾਡਾ ਮੈਸੇਜ ਲੋਕਾਂ ਨੂੰ ਇਹ ਸੀਗਾ ਕਿ ਜਿਹੜੀ ਟੀਨ ਏਜ ਯੰਗ ਸਾਡੀ ਜਨਰੇਸ਼ਨ ਆ ਉਹਨਾਂ ਨੂੰ ਖਾਸ ਕਰਕੇ ਮੈਸੇਜ ਦੇਣ ਦੀ ਲੋੜ ਆ ਜਾਂ ਉਹਨਾਂ ਨੂੰ ਇਸ ਚੀਜ਼ 'ਚ ਇਨਵੋਲਵ ਕਰਨ ਦੀ ਲੋੜ ਆ, ਕਿਉਂਕਿ ਜਿੰਨੀਆਂ ਬੁਰਾਈਆਂ ਲੱਗਦੀਆਂ ਆ ਉਹ ਇਸੇ ਏਜ ਦੇ ਵਿੱਚ, ਇਹ ਬੜੀ ਇੱਕ ਫਲੈਕਸੀਬਲ ਏਜ ਹੁੰਦੀ ਹੈ ਜਿਹੜੀ ਟੀਨ ਏਜ ਫਰੋਮ 13 ਟੂ 19। ਇਹਦੇ ਵਿੱਚ ਬੱਚੇ ਨੇ ਚਾਈਲਡਹੁੱਡ ਤੋਂ ਅਡਲਟਹੁੱਡ ਵਿੱਚ ਜਾਣਾ ਹੁੰਦਾ ਆ ਤੇ ਇਹ ਇੱਕ ਕਿਸਮ ਦਾ ਬ੍ਰਿਜ ਦਾ ਕੰਮ ਕਰਦੀ ਆ। ਤੇ ਇਸ ਬ੍ਰਿਜ ਦੇ ਵਿੱਚ ਉਹਨੂੰ ਅਸੀਂ ਹਰ ਤਰੀਕੇ ਦੀ ਜਿਹੜੀ ਅਵੇਅਰਨੈਸ ਦੇਣੀ ਹੁੰਦੀ ਆ, ਆਪਣੀ ਬੋਡੀ ਨੂੰ ਫਿੱਟ ਕਿਵੇਂ ਰੱਖਣਾ ਆ, ਆਪਣੀ એનર્ਜੀ ਨੂੰ ਚੈਨਲਾਈਜ਼ ਕਿੱਦਾਂ ਕਰਨਾ ਆ ਔਰ ਆਪਣੇ ਆਪ ਨੂੰ ਬੁਰਾਈਆਂ ਤੋਂ ਕਿਵੇਂ ਸਾਂਭ ਕੇ ਰੱਖਣਾ। ਖਾਸ ਕਰਕੇ ਅੱਜ ਜਿਹੜੀ ਸਭ ਤੋਂ ਵੱਡੀ ਬੁਰਾਈ ਆ ਉਹ ਨਸ਼ਿਆਂ ਦੀ ਵਰਲਡ ਵਾਈਡ ਜਿਹੜੀ ਉਹ ਫੈਲ ਚੁੱਕੀ ਆ ਤੇ ਉਹਦੇ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਕੇ ਰੱਖਣਾ। ਜੇ ਬੱਚਾ ਜਿਹੜਾ ਇਨਵੋਲਵ ਰਹੇਗਾ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ, ਡੇਲੀ ਵਾਕ ਕਰੇਗਾ, ਤਾਂ ਸਾਡਾ ਅੱਜ ਮੈਸੇਜ ਇਹੋ ਹੀ ਸੀ ਕਿ ਅਸੀਂ ਘੱਟੋ ਘੱਟ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ, ਫਿਊਚਰ ਜਨਰੇਸ਼ਨ ਹੈ, ਉਹਨੂੰ ਆਪਣੇ ਇਸ ਤੋਂ ਕਿਵੇਂ ਬਚਾਉਣਾ ਤੇ এনवायरमेंट ਨੂੰ ਸਾਫ਼ ਕਿਵੇਂ ਰੱਖਣਾ ਆ। ਤੋ ਇਸ ਦਾ ਸਾਡਾ ਮੇਨ ਮੰਤਵ ਜਿਹੜਾ ਇਹ ਸੀਗਾ ਔਰ ਹਰ ਸਾਲ ਹੀ ਅਸੀਂ ਇਹ ਵਾਕ ਜਿਹੜੀ ਆ ਕੱਢਦੇ ਆ ਭਗਤ ਪੂਰਨ ਸਿੰਘ ਜੀ ਦੀ ਬਰਸੀ ਦੇ ਉੱਤੇ। ਸਾਡਾ ਜਿਹੜਾ ਭਗਤ ਪੂਰਨ ਸਿੰਘ ਦੀ ਉੱਥੇ ਅੰਮ੍ਰਿਤਸਰ ਵੀ ਪਿੰਗਲਵਾੜਾ ਉਹ ਕੁਦਰਤੀ ਖੇਤੀ ਦਾ ਫਾਰਮ ਵੀ ਉੱਥੇ ਹੈਗਾ ਆ ਔਰ ਉੱਥੇ ਸਾਡੇ ਸਕੂਲ ਵੀ ਚੱਲ ਰਹੇ ਨੇ, ਫ੍ਰੀ ਐਜੂਕੇਸ਼ਨ ਟੂ ਦਾ ਸਲਮ ਏਰੀਆ ਜਿਹੜੇ ਬੱਚੇ ਨੇ ਜਾਂ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਬੱਚੇ ਆ ਤੇ ਉਹ ਸਾਰੇ ਜਿਹੜੇ ਪੈਸੇ ਆ ਇੱਥੋਂ ਸਾਡੇ ਸੰਗਤ ਜਿਹੜੀ ਆ ਜਿਹੜੀ ਕੈਨੇਡਾ ਤੋਂ ਭੇਜਦੀ ਆ ਔਰ ਉਹਦੀ ਯੂਟਿਲਾਈਜੇਸ਼ਨ ਬਹੁਤ ਚੰਗੇ ਤਰੀਕੇ ਨਾਲ ਹੁੰਦੀ ਆ ਔਰ ਉੱਥੋਂ ਦੇ ਰਿਜ਼ਲਟ ਜਿਹੜੇ ਨੇ ਸਕੂਲਾਂ ਦੇ ਬਹੁਤ ਵਧੀਆ ਨੇ। ਪਿੰਗਲਵਾੜਾ ਸੁਸਾਇਟੀ ਭਗਤ ਪੂਰਨ ਸਿੰਘ ਵੱਲੋਂ 1957 ਦੇ ਵਿੱਚ ਅੰਮ੍ਰਿਤਸਰ ਵਿੱਚ ਖੋਲੀ ਗਈ ਸੀ, ਜਿਸ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਹਰ ਇੱਕ ਵਰਗ ਦੇ ਲੋੜਵੰਦ ਲੋਕਾਂ ਦੀ ਹਰ ਵੇਲੇ ਮਦਦ ਕੀਤੀ ਜਾਂਦੀ ਹੈ। ਪਿੰਗਲਵਾੜੇ ਦੇ ਜਿਹੜੇ ਬਾਨੀ ਸੀਗੇ ਉਹ ਭਗਤ ਪੂਰਨ ਸਿੰਘ ਸੀਗੇ ਤੇ ਉਹਨਾਂ ਦਾ ਪਿੰਗਲਵਾੜਾ ਜਿਹੜਾ ਸ਼ੁਰੂ ਹੋਇਆ ਸੀਗਾ ਤੇ ਉਹ ਡੇਰਾ ਸਾਹਿਬ ਗੁਰਦੁਆਰੇ ਤੋਂ ਸਾਹਿਬ ਇੱਕ ਲੂਲਾ ਉਹਦੇ ਬਾਰ-ਬਾਰ ਗੁਰਦੁਆਰੇ ਦੇ ਛੱਡ ਗਏ ਸੀਗੇ। ਉਹ ਭਗਤ ਜੀ ਨੇ ਲੈ ਕੇ ਜਦੋਂ ਪਾਰਟੀਸ਼ਨ ਹੋਈ ਉਦੋਂ ਇੱਥੇ ਅੰਮ੍ਰਿਤਸਰ ਤਾਈਂ ਆ ਲਿਆਏ। ਫਿਰ ਵੀ ਜਿਹੜੇ ਲੋੜਵੰਦ ਅਪਾਹਜ ਸੀਗੇ ਉਹਨਾਂ ਦੀ ਸੇਵਾ ਉਹ ਕਰਦੇ ਰਹੇ ਤੇ ਫਿਰ ਹੌਲੀ ਉਹਨਾਂ ਨੇ ਪਿੰਗਲਵਾੜੇ ਦੀ ਸਥਾਪਨਾ ਕਰ ਦਿੱਤੀ, ਜਿੱਥੇ ਬਿਨਾਂ ਭੇਦ ਭਾਵ ਸਾਰੀ ਜਾਤੀਆਂ ਦੀ ਉਹਨਾਂ ਦੀ ਸੇਵਾ ਕਰਦੇ ਸੀਗੇ ਤੇ ਸੇਵਾ ਹਰੇਕ ਤਰ੍ਹਾਂ ਦੀ ਕਰਦੇ ਸੀ। ਵਾਤਾਵਰਨ ਬਾਰੇ ਉੱਦਾਂ ਸੇਵਾ, ਧਾਰਮਿਕ, ਅਪਾਹਜਾਂ ਦੇ ਹੁਣ ਈਵਨ ਅੰਗ ਵੀ ਲੱਗਦੇ ਆ ਉੱਥੇ ਤੇ ਜਿਹੜੇ ਗਰੀਬ ਬੱਚੇ ਆ ਉਹ ਸਕੂਲ ਉੱਥੇ ਆ, ਉਹਨਾਂ ਨੂੰ ਪੜ੍ਹਾਈ ਦਾ ਸਾਰਾ ਪ੍ਰਬੰਧ ਜਿਹੜਾ ਉਹ ਸਾਡੇ ਇੱਥੋਂ ਅੰਟਾਰੀਆ ਦੇ ਜਿਹੜਾ ਪਿੰਗਲਵਾੜਾ ਆ ਉਹ ਸਪੋਰਟ ਕਰਦਾ ਆ ਤੇ ਸਾਰੀਆਂ ਸੇਵਾਵਾਂ ਵਿੱਦਿਆ ਦੀਆਂ ਜਿਹੜੀਆਂ ਆ ਇਹ ਪਿੰਗਲਵਾੜਾ ਦਾ ਜਿਹੜਾ ਸਾਡਾ ਅੰਟਾਰੀਓ ਦਾ ਇਹੋ ਸੇਵਾ ਕਰਦਾ ਆ। ਪਹਿਲਾਂ ਭਗਤ ਪੂਰਨ ਸਿੰਘ ਇੰਚਾਰਜ ਸੀਗੇ, ਹੁਣ ਜਦ ਉਹ 92 'ਚ ਸੁਰਗਵਾਸ ਹੋ ਗਏ ਮਗਰੋਂ ਇਹਨਾਂ ਨੇ ਇੰਦਰਜੀਤ, ਡਾਕਟਰ ਇੰਦਰਜੀਤ ਜਿਹੜੇ ਆ ਉਹਨਾਂ ਨੂੰ ਗੋਦ ਲੈ ਲਿਆ ਸੀਗਾ, ਆਪਣੀ ਧੀ ਬਣਾ ਲਿਆ ਸੀ। ਹੁਣ ਉਹ ਸੇਵਾ ਨਿਭਾ ਰਹੇ ਆ। ਵਾਕ ਦਾ ਮਕਸਦ ਸਾਡੇ ਇਹ ਆ ਵੀ ਭਗਤ ਜੀ ਦੀਆਂ ਜੋ ਸੇਵਾਵਾਂ ਸੀਆਂ ਉਹਨਾਂ ਬਾਰੇ ਜਾਣਕਾਰੀ ਦੇਣੀ ਸਾਰੇ, ਜਿੱਦਾਂ ਵਾਤਾਵਰਨ ਸੰਬੰਧੀ ਸੀਆਂ, ਪਾਣੀ ਸੰਬੰਧੀ ਸੀਆਂ, ਹੋਰ ਸੇਵਾ ਦੇ ਸੰਬੰਧੀ ਸੀਆਂ, ਸਾਰੇ ਉਹਨਾਂ ਬਾਰੇ ਜਾਣਕਾਰੀ ਦੇਣ ਨੂੰ ਤਾਂ ਕਿ ਆਮ ਲੋਕਾਂ ਦੀ ਪਹੁੰਚ ਤਾਈਂ ਇਹ ਪਹੁੰਚ ਸਕੇ। ਤੇ ਇੱਕ ਸਫਾਈ ਵਗੈਰਾ ਦਾ ਸਾਡਾ ਮੋਟਿਵ ਇਹ ਆ ਵੀ ਸਫਾਈ ਰੱਖਣੀ। ਜਿਨ੍ਹਾਂ ਵੀਰਾਂ ਨੇ ਵਾਕ ਕੰਪਲੀਟ ਕੀਤੀ ਆ ਉਹਨਾਂ ਨੂੰ ਮੁਬਾਰਕਾਂ ਤੇ ਬਹੁਤ ਧੰਨਵਾਦ ਉਹਨਾਂ ਦਾ। ਤੇ ਵਾਕ ਦਾ ਮਕਸਦ ਕਮਿਊਨਿਟੀ ਨੂੰ ਜਾਗਰਤ ਕਰਨਾ। ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਆਪਦੀ ਇਸ ਕੰਮ ਤੇ ਲਾਤੀ, ਲੋਕਾਂ ਨੂੰ ਕੋਈ এনवायरमेंटਲ ਬਚਾਓ, ਪਾਣੀ ਬਚਾਓ ਤੇ ਜਿਹੜਾ ਸਭ ਤੋਂ ਜ਼ਰੂਰੀ ਉਹ ਕੰਮ ਕਰਦੇ ਸੀਗੇ ਜਿਹੜਾ ਪਿੰਗਲਵਾੜਾ ਉਹਨਾਂ ਨੇ ਖੋਲ੍ਹਿਆ, ਜਿਨ੍ਹਾਂ ਨੂੰ ਕਿ ਕੋਈ ਘਰ ਦੇ ਵੀ ਕਈ ਵਾਰੀ ਮਤਲਬ ਕਹਿੰਦੇ ਵੀ ਸਾਥੋਂ ਨਹੀਂ ਸਮਝਦਾ ਹੈ, ਉਹਨਾਂ ਨੂੰ ਸੰਭਾਲਿਆ। ਉਹ ਕੰਮ ਤਾਂ ਬਹੁਤ ਮੁਸ਼ਕਲ ਹੈ ਹਰੇਕ ਬੰਦੇ ਲਈ ਕਰਨਾ, ਉਹੀ ਕੋਈ ਆਤਮਾ ਹੀ ਕਰ ਸਕਦੀ ਹੈ। ਤੇ ਉਹਨਾਂ ਨੂੰ ਸਮਰਪਿਤ ਇਹ ਵਾਕ ਸੀਗੀ ਜਿਹੜੀ ਕਿ ਕੋਈ ਬਹੁਤ ਲੰਬੀ ਵਾਕ ਨਹੀਂ ਸੀ। ਇਹ ਵਾਕ ਦਾ ਸਿਰਫ ਸਾਰਾ ਮਕਸਦ ਸੀ ਕਿ ਡਰੱਗ ਅਵੇਅਰਨੈਸ ਸਟੱਡੀ ਦੇ ਨਾਲ ਇਹ ਮਕਸਦ ਸੀਗਾ ਕਿ ਆਓ ਆਪਾਂ ਜੇ ਸਵੇਰ ਸ਼ਾਮ ਸੈਰ ਦੀ ਆਦਤ ਪਾ ਲਈਏ, ਵੀ ਸੈਰ ਕਰਨੀ ਆ,
ਇੱਕ ਤਾਂ ਸਿਹਤ ਚੰਗੀ ਹੋ ਜੂਗੀ ਤੇ ਨਸ਼ਿਆਂ ਤੋਂ ਵੀ ਬਚਿਆ ਜਾ ਸਕਦਾ। ਤੇ ਜੇ ਬੱਚਿਆਂ ਨੂੰ ਆਦਤ ਪਾ ਲਈਏ ਨਾਲ ਤੇ ਬੱਚੇ ਵੀ ਆਪਾਂ ਬਚਾ ਸਕਦੇ ਹਾਂ। ਤੇ ਡਰੱਗ ਅਵੇਅਰਨੈਸ ਸਟੱਡੀ ਦਾ ਮੇਨ ਮਕਸਦ ਇਹ ਕਿ ਸਾਡੀ ਕਮਿਊਨਿਟੀ ਨਸ਼ਿਆਂ ਤੋਂ ਦੂਰ ਰਹੇ, ਇਹੀ ਸਾਡਾ ਮੇਨ ਮਕਸਦ ਹੈ ਵਾਕ ਕਰਨ ਦਾ, ਕਿਉਂਕਿ ਆਪਾਂ ਸੈਰ ਕਰਾਂਗੇ, ਸਿਹਤ ਚੰਗੀ ਰੱਖਾਂਗੇ ਤੇ ਨਸ਼ੇ ਦੀ ਆਪਾਂ ਨੂੰ ਲੋੜ ਨਹੀਂ ਪੈਂਦੀ। ਇੱਥੇ ਬਹੁਤ ਜਗ੍ਹਾ ਦੇ ਉੱਤੇ ਗਾਰਬੇਜ ਡਿਸਪੋਜ਼ ਆਫ ਕਰਨ ਵਾਸਤੇ ਸਿਟੀ ਵਾਲਿਆਂ ਨੇ ਡਰਮ ਲਾਏ ਹੁੰਦੇ ਆ, ਜਿੱਥੇ ਅਸੀਂ ਗਾਰਬੇਜ ਡਿਸਪੋਜ਼ ਆਫ ਕਰ ਸਕਦੇ ਹੈਗੇ ਆ। ਤੇ ਪਲੀਜ਼ ਮੇਨ ਬੇਨਤੀ ਹੈ ਵੀ ਇੱਧਰ ਉੱਧਰ ਨਾ ਸੁੱਟਿਆ ਕਰੋ, ਤੇ ਗੱਲ ਹੈ ਵੀ ਉਹਦੇ 'ਚ ਪਾ ਦਿਆ ਕਰੋ। ਤੇ ਜਿਹੜੇ ਮੇਰੇ ਵੀਰ ਵਾਕ ਕਰਨ ਜਾਂਦੇ ਆ, ਮੈਂ ਉਹਨਾਂ ਨੂੰ ਹੋਰ ਵੀ ਸੁਜੈਸਟ ਕਰਦਾ, ਜਾਂਦੇ ਜਾਂਦੇ ਇੱਕ ਗਰੋਸਰੀ ਦਾ ਬੈਗ ਜੇਬ 'ਚ ਪਾ ਕੇ ਲੈ ਜਾ ਕਰੋ। ਜਿੱਥੇ ਕਿ ਜੇ ਤੁਹਾਨੂੰ ਕੋਈ ਰੀਜ਼ਨੇਬਲ ਜਿਹਾ ਚੱਕਣ ਵਾਲਾ ਦਿਸਦਾ ਉਹ ਚੱਕ ਲਿਆ ਕਰੋ, ਤੇ ਉਹਨੂੰ ਉਸ ਨੂੰ ਘਰੇ ਗਾਰਬੇਜ ਦੇ ਵਿੱਚ ਪਾ ਦਿਓ, ਜਾਂ ਕਿਤੇ ਜਿੱਥੇ ਵੀ ਗਾਰਬੇਜ ਬਿਨ ਤੁਹਾਨੂੰ ਮਿਲਦੇ ਉੱਥੇ ਪਾ ਦਿਆ ਕਰੋ। ਇਹ ਆਪਣਾ ਸ਼ਹਿਰ ਹੈ, ਸਾਡਾ ਸ਼ਹਿਰ ਹੈ, ਅਸੀਂ ਇਸ ਨੂੰ ਕੈਨੇਡਾ ਹੀ ਰੱਖਣਾ। ਸੌਰੀ ਮੈਂ ਕਹਿਣ ਲੱਗਿਆ ਵੀ ਪੰਜਾਬ ਨਹੀਂ ਬਣਾਉਣਾ। ਮੈਂ ਸਾਰਿਆਂ ਨੂੰ ਕਹਿੰਦਾ, ਬੇਨਤੀ ਕਰਦਾ, ਗੁਰੂ ਪਾਤਸ਼ਾਹ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੱਤ, ਅਸੀਂ ਘੱਟੋ ਘੱਟ ਇਸ ਧਰਤੀ ਨੂੰ ਪੋਲੂਟ ਨਾ ਕਰੀਏ। ਜੋ ਅਸੀਂ ਕਰ ਸਕਦੇ ਹਾਂ ਆਪਣੇ ਵਿਆਹ ਦੇ ਉੱਤੇ ਅਸੀਂ ਜ਼ਰੂਰ ਕਰੀਏ। ਭਗਤ ਪੂਰਨ ਸਿੰਘ ਇੱਕ ਬੜੇ ਤਗੜੇ ਫਿਲਾਸਫਰ ਸੀਗੇ, ਬੜੇ ਤਗੜੇ ਐਜੂਕੇਸ਼ਨਰ ਸੀ, ਭਾਵੇਂ ਉਹ ਜ਼ਿਆਦਾ ਨਹੀਂ ਸੀ ਪੜ੍ਹੇ, ਪਰ ਮੈਂ ਸਮਝਦਾ ਕਿ ਜਿੰਨੀ ਉਹਨਾਂ ਨੂੰ ਨੌਲੇਜ ਸੀ ਉਸ ਜ਼ਮਾਨੇ ਦੇ ਵਿੱਚ, ਜਦੋਂ ਇੰਗਲਿਸ਼ ਅਖਬਾਰ ਨੂੰ ਕੋਈ ਬਹੁਤ ਘੱਟ ਪੜ੍ਹਦਾ ਸੀਗਾ, ਟ੍ਰਿਬਿਊਨ ਹੁੰਦੀ ਸੀ, ਪਰ ਮੈਂ ਖੁਦ ਵੇਖਿਆ ਕਿ ਭਗਤ ਜੀ ਜਿਹੜੇ ਸੀ ਉਹ ਦਿੱਲੀੋਂ ਜਿਹੜੀਆਂ ਅਖਬਾਰਾਂ ਇੰਡੀਅਨ ਐਕਸਪ੍ਰੈਸ ਤੇ ਪੈਟਰੀਓਟ ਇਹੋ ਜਿਹੀਆਂ ਜਿਹੜੀਆਂ ਅਖਬਾਰਾਂ ਸੀ ਉਹਨਾਂ ਦੇ ਵਿੱਚੋਂ ਆਰਟੀਕਲ ਪੜ੍ਹਦੇ ਸੀਗੇ এনवायरमेंट ਦੇ ਉੱਤੇ। ਇਸ ਸਾਲਾਨਾ ਵਾਕ ਰਾਹੀਂ ਭਗਤ ਪੂਰਨ ਸਿੰਘ ਦੇ ਸੁਨੇਹੇ ਜਲ, ਬਿਹਤਰ ਵਾਤਾਵਰਣ ਅਤੇ ਇੱਕ ਸਿਹਤਮੰਦ ਜੀਵਨ ਬਤਾਉਣ ਨੂੰ ਅੱਗੇ ਤੋਰਿਆ ਗਿਆ। ਇਸ ਦੌਰਾਨ ਨੌਜਵਾਨ ਵਰਗ ਨੂੰ ਆਪਣੀਆਂ ਸਾਰੀਆਂ ਬੁਰਾਈਆਂ ਛੱਡ ਕੇ ਭਗਤ ਪੂਰਨ ਸਿੰਘ ਜੀ ਦੇ ਰਾਹ ਉੱਤੇ ਚੱਲਣ ਤੇ ਜ਼ੋਰ ਦਿੱਤਾ। ਬ੍ਰਾਂਪਟਨ ਦੇ ਗਾਰਡਨ ਸਕੁਆਇਰ ਦੇ ਵਿੱਚ ਬੀਤੇ ਦਿਨੀ ਵਾਈਬ੍ਰੈਂਟ ਬ੍ਰਾਂਪਟਨ ਫੈਸਟੀਵਲ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਸਥਾਨਕ ਅਤੇ ਕੌਮਾਂਤਰੀ ਕਲਾਕਾਰਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਦੱਸ ਦਈਏ ਕਿ ਇਹ ਫੈਸਟੀਵਲ ਪਿਛਲੇ ਕਈ ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਾਊਥ ਏਸ਼ੀਅਨ ਕਲਚਰ ਨੂੰ ਵੀ ਬਾਖੂਬੀ ਪੇਸ਼ ਕੀਤਾ ਜਾਂਦਾ ਹੈ। ਬ੍ਰਾਂਪਟਨ ਦਾ ਬਹੁਤ ਚਰਚਿਤ ਸਾਊਥ ਏਸ਼ੀਅਨ ਫੈਸਟੀਵਲ ਵਾਈਬ੍ਰੈਂਟ ਬ੍ਰਾਂਪਟਨ ਦੇ ਗਾਰਡਨ ਸਕੁਆਇਰ ਦੇ ਵਿੱਚ ਆਯੋਜਿਤ ਕੀਤਾ ਗਿਆ। ਇਹ ਫੈਸਟੀਵਲ ਮਲਟੀਕਲਚਰਲਿਜ਼ਮ ਦਾ ਵਧੀਆ ਉਦਾਹਰਣ ਪੇਸ਼ ਕਰਦਾ ਹੈ। ਸਿਰਫ ਕੈਨੇਡਾ ਹੀ ਨਹੀਂ ਬਲਕਿ ਦੁਨੀਆ ਭਰ ਤੋਂ ਆਰਟਿਸਟ ਇਸ ਫੈਸਟੀਵਲ ਦਾ ਹਿੱਸਾ ਬਣਦੇ ਹਨ। ਇਸ ਵਾਰ ਦੇ ਫੈਸਟੀਵਲ ਦਾ ਮੁੱਖ ਆਕਰਸ਼ਣ ਸੀ ਜੈਸ ਧਾਮੀ, ਨੀਰਜ ਸ਼੍ਰੀਧਰ ਅਤੇ ਗੀਤਾ ਜ਼ੈਲਦਾਰ। ਸ਼ਹਿਰ ਵਾਸੀ ਇਸ ਫੈਸਟੀਵਲ ਦਾ ਪੂਰਾ ਆਨੰਦ ਮਾਣ ਸਕਣ, ਇਸ ਲਈ ਆਯੋਜਕਾਂ ਵੱਲੋਂ ਫੈਸਟੀਵਲ ਦੀ ਐਂਟਰੀ ਫ੍ਰੀ ਰੱਖੀ ਗਈ ਸੀ। ਇਹ ਜੀ ਤੁਸੀਂ ਅੱਜ ਵਾਈਬ੍ਰੈਂਟ ਬ੍ਰੈਂਪਟਨ ਫੈਸਟੀਵਲ ਦੇ ਵਿੱਚ ਆਏ ਹੋਏ ਹੋ। ਇਹ 7th ਐਨੂਅਲ ਸਾਡਾ 7ਵਾਂ ਸਾਲ ਹੈਗਾ ਤੇ ਪਿਛਲੇ 4 ਸਾਲ ਪਹਿਲਾਂ ਅਸੀਂ ਪਹਿਲੇ 4 ਸਾਲ ਅਸੀਂ ਇਨ ਪਰਸਨ ਕੀਤਾ ਸੀ, ਬਟ 2 ਸਾਲ ਦੇ ਵਿੱਚ ਐਜ਼ ਯੂ ਨੋ ਕੋਵਿਡ ਹੋਇਆ, ਸੋ ਸਾਨੂੰ ਵਰਚੁਅਲ ਕਰਨਾ ਪਿਆ। ਸੋ ਇਟਸ ਸੱਚ ਅ ਗ੍ਰੇਟ ਪਲੇਜ਼ਰ, ਸੱਚ ਐਨ ਐਕਸਾਈਟਮੈਂਟ ਕਿ ਅਸੀਂ ਫਿਰ ਵਾਪਸ, ਜੇ ਤੁਸੀਂ ਦੇਖ ਸਕਦੇ ਹੋ ਪਿੱਛੇ ਸਟੇਜ ਲੱਗਿਆ ਹੋਇਆ, ਇੱਦਾਂ ਤੁਸੀਂ ਦੇਖ ਸਕਦੇ ਹੋ ਪੂਰੇ ਬੰਦੇ ਆਏ ਹੋਏ ਨੇ ਹੁਮਾ ਕੇ, ਤੇ ਇੱਥੇ ਮੇਲਾ ਲਾਇਆ ਹੋਇਆ ਅਸੀਂ। ਤੇ ਇਨ ਪਰਸਨ ਫੈਸਟੀਵਲ ਦੀ ਗੱਲਾਂ ਹੀ ਕੁਝ ਹੋਰ ਹੁੰਦੀਆਂ ਨੇ। ਔਰ ਜਿੱਥੋਂ ਤੱਕ ਵਾਈਬ੍ਰੈਂਟ ਬ੍ਰੈਂਪਟਨ ਦਾ ਫੈਸਟੀਵਲ ਦਾ ਸਵਾਲ ਹੈ, ਇਹ ਇੱਕ ਸਾਊਥ ਏਸ਼ੀਅਨ ਫੈਸਟੀਵਲ ਤਾਂ ਜ਼ਰੂਰ ਹੈ, ਬਟ ਨਾਟ ਜਸਟ ਫॉर ਸਾਊਥ ਏਸ਼ੀਅਨਸ। ਇਹ ਨੌਨ ਸਾਊਥ ਏਸ਼ੀਅਨਸ ਨੂੰ ਸਾਊਥ ਏਸ਼ੀਅਨ ਕਲਚਰ ਦੇ ਬਾਰੇ ਦੱਸਣਾ, ਉਹਨਾਂ ਨੂੰ ਐਜੂਕੇਟ ਕਰਨਾ is a very important mandate, as important as ਕਿ ਵੀ ਅਸੀਂ ਆਪਣੇ ਸਾਊਥ ਏਸ਼ੀਅਨਸ, ਆਪਣੇ ਪੰਜਾਬੀ ਭਰਾਵਾਂ ਨੂੰ ਦੱਸੀਏ ਕਿ ਵੀ ਹਾਂ ਯੂ ਨੋ ਕਿ ਬਈ ਇਹਦੇ ਸਾਡਾ ਸਾਊਥ ਏਸ਼ੀਅਨ ਆਰਟ ਹੈ, ਇਹ ਤੁਹਾਨੂੰ ਪ੍ਰੈਜ਼ੈਂਟ ਹੈ, ਬਟ ਤੁਸੀਂ ਨਾਲ ਨੌਨ ਸਾਊਥ ਏਸ਼ੀਅਨਸ ਦੇ ਵਿੱਚ ਵੀ ਇਹਨੂੰ ਕੱਲ੍ਹ ਨੂੰ ਯੂ ਨੋ ਫੈਲਾਓ। ਬਟ ਇਹ ਫੈਸਟੀਵਲ ਫ੍ਰੀ ਫॉर ਆਲ ਹੈਗਾ, ਇੱਥੇ ਕੋਈ ਟਿਕਟ ਹੈ ਨਹੀਂ, ਮੇਲਾ ਲਗਾਉਂਦੇ ਆ, ਫ੍ਰੀ ਆਓ, ਐਸ਼ ਕਰੋ, ਘੁੰਮੋ ਫਿਰੋ, देखो एंटरटेनमेंट देखो। बेसिकली ये प्लेटफॉर्म जैसे तुसी पीछे देख रहे हो कि लोकल टैलेंट वगैरह डांस करन लगे हैगे, तो असी बढ़ावा देंदे हैं लोकल टैलेंट नू, सो दैट दे कैन गो एंड शोकेस देयर ऑन द वर्ल्ड स्टेज कि देखो असी भी कुछ करते हैं, लोकल भी है। इस तरह ही असी बेसिकली ट्राइंग टू गिव देम कि वो कुछ अगे जाके लोगों नू जाके अपने प्रोग्राम खुद कर सकन, लोग उन्होंने बुलान कि हाँ भैया तू परफॉर्म कर, एंड दे कैन मेक इट अ कैरियर आउट ऑफ इट। ਇਸ ਇਵੈਂਟ ਰਾਹੀਂ ਬ੍ਰੈਂਪਟਨ ਦੀ ਵਿਭਿੰਨਤਾ ਨੂੰ ਮਨਾਉਂਦਿਆਂ ਲੋਕਲ ਆਰਟਿਸਟਾਂ ਨੂੰ ਆਪਣਾ ਟੈਲੈਂਟ ਵਿਖਾਉਣ ਦਾ ਮੌਕਾ ਵੀ ਮਿਲਦਾ ਹੈ।
My name is Mansi Pandya, and I just finished performing on Vibrant Brampton's platform for the music festival this year, which was an amazing opportunity for me, and I'm so thankful to them. I got the opportunity to perform today because I took part in the V-Star competition last year, and I was one of the winners, so I got a chance to perform today. And let me tell you, it was an amazing performance, amazing opportunity, and the crowd is amazing. I'm so thankful to Vibrant Brampton for this opportunity, and I think anyone that is interested in music, arts, dancing should definitely take part in this performance and this organization, because they help promote you. They help give you a wonderful platform where you can grow yourself, you can grow your confidence, you can grow your reach, and you can interact with so many people within the community and interact with multicultural community as well. So I encourage you all to take part in this, and I personally had a wonderful time. Looking forward to coming back next year as well. ਇਸ ਫੈਸਟੀਵਲ ਦੇ ਵਿੱਚ ਪੂਰੇ ਸਾਊਥ ਏਸ਼ੀਆ ਦਾ ਕਲਚਰ ਬਾਖੂਬੀ ਪੇਸ਼ ਕੀਤਾ ਗਿਆ ਤੇ ਵੱਖ-ਵੱਖ ਦੇਸ਼ਾਂ ਦੀ ਸੰਸਕ੍ਰਿਤੀ, ਸੱਭਿਆਚਾਰ ਤੇ ਖਾਣੇ ਦਾ ਵੀ ਲੋਕਾਂ ਨੇ ਖੂਬ ਆਨੰਦ ਮਾਣਿਆ। ਸੋ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼ NRI ਵਰਲਡ ਦੇ ਵਿੱਚ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਪਸੰਦ ਆਈ ਹੋਵੇਗੀ। ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਜਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।